जी आए ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ ਅੰਗਰੇਜ਼ੀ ਦੀ ਕਿਤਾਬ 9th ਕਲਾਸ ਦੀ ਇੰਗਲਿਸ਼ ਗ੍ਰਾਮਰ ਉਸ ਦਾ ਲੈਸਨ ਨੰਬਰ 1 ਡਿਟਰਮੀਨਰਸ ਉਸ ਦੀ ਐਕਸਰਸਾਈਜ਼ 1 ਜਿਹਦੇ 3 ਪਾਰਟਸ ਹੈਗੇ ਨੇ ਉਹ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ, ਸਾਰੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਜਿਹੜੀ ਮੈਂ ਗੱਲ ਸਮਝਾਵਾਂਗਾ, ਜਿਹੜੇ ਨੁਕਤੇ ਦੱਸਾਂਗਾ ਉਹਨੂੰ ਬੜੇ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ ਤੇ ਸਾਰੀ ਐਕਸਰਸਾਈਜ਼ ਨੂੰ ਤਿੰਨਾਂ ਦੀ ਤਿੰਨੇ ਐਕਸਰਸਾਈਜ਼ ਨੂੰ ਜਿਹੜੇ ਤਿੰਨ ਪਾਰਟਸ ਨੇ ਉਹਨਾਂ ਨੂੰ ਬਿਨਾਂ ਦੇਖੇ ਕਰਨ ਦਾ ਅਭਿਆਸ ਕਰਨਾ ਹੈ। ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਮੈਂ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ 9th ਕਲਾਸ ਦੇ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਹਨ ਜਿਨ੍ਹਾਂ ਦਾ ਤੁਸੀਂ ਲਾਹਾ ਲੈ ਸਕਦੇ ਹੋ, ਜਿਵੇਂ 9th ਇੰਗਲਿਸ਼ MCB, ਦੂਜੀ ਹੈਗੀ 9th ਇੰਗਲਿਸ਼ ਸਪਲੀਮੈਂਟਰੀ ਜੋ ਹੁਣੀ ਸ਼ੁਰੂ ਕੀਤੀ, ਇੱਕ ਲੈਸਨ ਕੀਤਾ ਉਹਦਾ। ਫਿਰ ਤੀਸਰੀ ਹੈਗੀ 9th ਸਾਇੰਸ, ਜੇ ਸਾਇੰਸ ਦੇ ਸਾਰੀ ਸਵਾਲ ਹੱਲ ਕੀਤੇ ਨੇ ਐਕਸਰਸਾਈਜ਼ ਦੇ, ਇਨਟੈਕਸਟ ਕੁਐਸਚਨਸ ਤੇ ਨੋਟਸ। ਤੇ ਚੌਥੀ ਹੈਗੀ 9th ਮੈਥ, ਜਿਹ 'ਚ ਮੈਥ ਦੇ ਸਾਰੇ ਸਵਾਲ ਹੱਲ ਕਰਕੇ ਸਮਝਾ ਕੇ ਦੱਸੇ ਗਏ ਹਨ। ਤੇ ਪੰਜਵੀਂ ਹੈਗੀ 9th ਮੈਥ ਨੋਟਸ, ਜਿਹਦੇ ਵਿੱਚ ਮੈਥ ਦੇ ਗਣਿਤ ਦੇ ਸਾਰੇ ਸਿਧਾਂਤ ਤੁਹਾਨੂੰ ਸਮਝਾਏ ਗਏ ਨੇ। ਸੋ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਸੋ ਕਹਿੰਦੇ ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਡਿਟਰਮੀਨਰਸ, ਅਰਥਾਤ ਢੁਕਵੇਂ ਡਿਟਰਮੀਨਰ ਦੇ ਨਾਲ ਖਾਲੀ ਸਥਾਨਾਂ ਨੂੰ ਭਰੋ। ਸੋ ਪਾਰਟ 1 ਕਹਿੰਦਾ ਇਹ ਦੇਖੋ ਜਿਹੜੇ ਅੰਡਰਲਾਈਨ ਕੀਤੇ ਨੇ ਮੈਂ, ਉਹ ਹੈਗੇ ਨੇ ਡਿਟਰਮੀਨਰ ਭਰੇ ਨੇ ਜਿਹੜੇ। ਜੈਕ ਵਾਜ਼ 7 years old, ਜੈਕ 7 ਸਾਲਾਂ ਦਾ ਸੀ। ਜੈਕ ਬੱਚੇ ਦਾ ਨਾਮ ਹੈ, ਮੁੰਡੇ ਦਾ ਨਾਮ ਹੈਗਾ, ਉਹ 7 ਸਾਲਾਂ ਦਾ ਸੀ। ਹਿਜ਼ ਸਿਸਟਰ, ਉਹਦੀ ਭੈਣ ਜਿਲ, ਜਿਲ ਭੈਣ ਦਾ ਨਾਮ ਹੈ, ਵਾਜ਼ 1 year old, ਉਹ 1 ਸਾਲਾਂ ਦੀ ਸੀ। ਦੇਅਰ, ਦੇਅਰ ਮੈਨੇ ਉਹਨਾਂ ਦਾ, ਕਿਉਂਕਿ ਜੈਕ ਔਰ ਜਿਲ ਦੋ ਜਾਣੇ ਨੇ, ਸੋ ਉਹਨਾਂ ਦਾ ਹਾਊਸ ਘਰ ਵਾਜ਼ ਔਨ ਅ ਹਿਲ, ਇੱਕ ਪਹਾੜੀ ਤੇ ਸੀ। ਬੱਚੇ ਇੱਕ ਗੱਲ ਦਾ ਯਾਦ ਰੱਖਣਾ ਹੈ ਕਿ ਏ ਔਰ ਐਨ ਇਹ ਇੱਕ ਵਚਨ ਕਾਊਂਟੇਬਲ ਨਾਊਨ ਦੇ ਸਾਹਮਣੇ ਆਉਂਦੇ ਨੇ, ਪਹਿਲਾਂ ਆਉਂਦੇ ਨੇ, ਠੀਕ ਹੈ ਨਾ। ਹੁਣ ਪਹਾੜੀ, ਇੱਕ ਪਹਾੜੀ ਦੀ ਗੱਲ ਹੈ, ਇਹ ਹਿਲ। ਤੇ ਜਦੋਂ ਵੀ ਸ਼ੁਰੂਆਤ ਕਰਨੀ ਕਿਸੇ ਗੱਲ ਦੀ, ਤੇ ਸ਼ੁਰੂ ਵਿੱਚ ਜਦ ਪਹਿਲੀ ਵਾਰ ਕਾਊਂਟੇਬਲ ਇੱਕ ਵਚਨ ਸਿੰਗੂਲਰ ਨਾਊਨ ਦਾ ਜ਼ਿਕਰ ਆਏਗਾ ਤੇ ਉਹਦੇ ਸਾਹਮਣੇ ਏ ਜਾਂ ਐਨ ਲੱਗੇਗਾ। ਕੌਨਸੋਨੈਂਟ ਸਾਊਂਡ ਦੇ ਸਾਹਮਣੇ ਏ ਲੱਗੇਗਾ ਤੇ ਵਾਵਲ ਸਾਊਂਡ ਦੇ ਸਾਹਮਣੇ ਐਨ ਲੱਗੇਗਾ। ਅਰਥਾਤ ਜੇ ਉਸ ਨਾਊਨ ਨੂੰ ਤੁਸੀਂ ਪੰਜਾਬੀ 'ਚ ਲਿਖੋ ਤੇ ਜੇ ਊੜਾ ਐੜਾ ਈੜੀ ਤੋਂ ਸ਼ੁਰੂ ਹੁੰਦਾ, ਜਿੱਦਾਂ ਇੰਜਨ ਐਨ ਇੰਜਨ, ਐਪਲ ਐਨ ਐਪਲ, ਔਰੇਂਜ ਐਨ ਔਰੇਂਜ। ਸੋ ਜਿੱਥੇ ਊੜਾ ਐੜਾ ਈੜੀ ਤੋਂ ਉਹ ਇੰਗਲਿਸ਼ ਦਾ ਸ਼ਬਦ ਲਿਖ ਕੇ ਸ਼ੁਰੂ ਹੋਵੇ ਤੇ ਇੱਕ ਵਚਨ ਹੋਵੇ ਤੇ ਉਹਦੇ ਅੱਗੇ ਐਨ ਲੱਗਦਾ, ਨਹੀਂ ਤੇ ਏ ਲੱਗੇਗਾ। ਸੋ ਪਹਿਲੀ ਵਾਰ ਹਮੇਸ਼ਾ ਇਹ ਲੱਗਦਾ ਹੈ, ਜਿਹਦਾ ਹਲੇ ਜ਼ਿਕਰ ਨਹੀਂ, ਜਿਹਦਾ ਪਹਿਲੀ ਵਾਰ ਜਾਣ ਪਛਾਣ ਦੱਸੀ ਜਾ ਰਹੀ ਹੈ ਕਿ ਇੱਕ ਪਹਾੜੀ। ਪੰਜਾਬੀ 'ਚ ਅਸੀਂ ਇੱਦਾਂ ਲਿਖਾਂਗੇ ਨਾ, ਦੇਅਰ ਹਾਊਸ ਵਾਜ਼ ਔਨ ਅ ਹਿਲ, ਉਹਨਾਂ ਦਾ ਘਰ ਇੱਕ ਪਹਾੜੀ ਤੇ ਸੀ, ਠੀਕ ਹੈ। ਪਰ ਜਦੋਂ ਅਸੀਂ ਪੰਜਾਬੀ 'ਚ ਅੱਗੇ ਲਿਖਾਂਗੇ, ਪਹਿਲੀ ਵਾਰ ਅਸੀਂ ਲਿਖਾਂਗੇ ਇੱਕ ਪਹਾੜੀ ਤੇ ਸੀ, ਫਿਰ ਅਸੀਂ ਇੱਕ ਪਹਾੜੀ ਨਹੀਂ ਕਵਾਂਗੇ, ਫਿਰ ਅਸੀਂ ਪਹਾੜੀ ਕਰਾਂਗੇ, ਵੀ ਪਹਾੜੀ ਤੇ ਇੱਦਾਂ ਹੋ ਗਿਆ, ਫਿਰ ਪਹਾੜੀ ਤੇ ਉੱਦਾਂ ਹੋ ਗਿਆ, ਕਿਉਂਕਿ ਇੱਕ ਪਹਾੜੀ ਦਾ ਜ਼ਿਕਰ ਪਹਿਲੇ ਆ ਚੁੱਕਾ ਹੈ ਤੇ ਫਿਰ ਅਸੀਂ ਇੱਕ ਨਹੀਂ ਲਗਾਉਂਦੇ। ਇੱਥੇ ਕੀ ਹੁੰਦਾ, ਇੰਗਲਿਸ਼ ਵਿੱਚ ਕੀ ਹੁੰਦਾ, ਪਹਿਲੇ ਏ ਲਗਾਇਆ ਜਾਂਦਾ ਤੇ ਅਗਲੀ ਵਾਰ ਤੁਸੀਂ ਦੇਖੋਗੇ ਜਿੱਲੇ ਅੱਗੇ ਤੁਰਾਂਗੇ ਉੱਥੇ ਫਿਰ ਦੀ ਲੱਗ ਜਾਂਦਾ ਹੈ। ਦੀ ਦਾ ਮਤਲਬ ਹੁੰਦਾ ਹੈ ਉਹ ਖਾਸ ਪਹਾੜੀ ਜਿਹਦਾ ਜ਼ਿਕਰ ਪਹਿਲੇ ਆ ਚੁੱਕਾ ਹੈ। ਸੋ ਦੇਅਰ ਹਾਊਸ ਵਾਜ਼ ਔਨ ਅ ਹਿਲ, ਉਹਨਾਂ ਦਾ ਘਰ ਇੱਕ ਪਹਾੜੀ ਤੇ ਸੀ। ਵਨ ਡੇ, ਇੱਕ ਦਿਨ, ਜੈਕ ਐਂਡ ਜਿਲ, ਜੈਕ ਅਤੇ ਜਿਲ ਵਰ ਪਲੇਇੰਗ ਵਿਦ ਆ ਬਾਲ। ਹੁਣ ਦੇਖੋ ਬਾਲ ਨਾਊਨ ਹੈਗਾ, ਇੱਕ ਵਚਨ ਹੈ ਤੇ ਹਲੇ ਪਹਿਲੀ ਵਾਰ ਜ਼ਿਕਰ ਆਇਆ ਗੇਂਦ ਦਾ। ਉਹ ਦੋਨੋਂ ਇੱਕ ਗੇਂਦ ਨਾਲ ਖੇਡਦੇ ਪਏ ਸੀ। ਘਰ ਇੱਕ ਪਹਾੜੀ ਤੇ ਸੀ, ਇੱਕ ਪਹਾੜੀ ਤੇ ਸੀ, ਦੋਨੋਂ ਇੱਕ ਗੇਂਦ ਨਾਲ ਖੇਡਦੇ ਪਏ ਸੀ। ਘਰ ਕਿੰਨੀਆਂ ਗੇਂਦਾਂ ਹੋਣਗੀਆਂ ਪਤਾ ਨਹੀਂ, 1 ਸੀ, 4 ਸੀ, 10 ਸੀ, ਉਹ ਇੱਕ ਗੇਂਦ ਨਾਲ ਖੇਡਦੇ ਪਏ ਸੀ। ਹੁਣ ਆ ਗਿਆ ਦੀ ਬਾਲ, ਇੱਥੇ ਸੀ ਏ ਬਾਲ, ਦੀ ਬਾਲ। ਹੁਣ ਦੀ ਬਾਲ ਦਾ ਕੀ ਮਤਲਬ ਹੈ, ਉਹ ਵਾਲੀ ਗੇਂਦ ਜਿਹਦੇ ਨਾਲ ਖੇਡਦੇ ਪਏ ਸੀ। ਇਹ ਦੀ ਬਾਲ ਦਾ ਮਤਲਬ ਹੈ ਉਹ ਵਾਲੀ ਖਾਸ ਗੇਂਦ ਜਿਹਦਾ ਜ਼ਿਕਰ ਇੱਥੇ ਆ ਗਿਆ ਹੈ ਤੇ ਜਿਹੜੀ ਗੇਂਦ ਦੇ ਨਾਲ ਜੈਕ ਐਂਡ ਜਿਲ ਖੇਡਦੇ ਪਏ ਸੀ। ਸੋ ਦੀ ਬਾਲ ਰੋਲਡ ਡਾਊਨ ਦੀ ਹਿਲ, ਹੁਣ ਦੇਖੋ ਹਿਲ ਦੇ ਮੋਰੇ ਵੀ ਦੀ ਆ ਗਿਆ। ਹੁਣ ਇਹ ਦੀ ਹਿਲ ਕਿਹੜੀ ਹੈ, ਉਹ ਹਿਲ ਜਿਹਦਾ ਜ਼ਿਕਰ ਇੱਥੇ ਆਇਆ, ਜਿਹਨਾਂ ਦਾ ਘਰ, ਉਹਨਾਂ ਦਾ ਘਰ ਇੱਕ ਪਹਾੜੀ ਤੇ ਸੀ ਤੇ ਉਹ ਪਹਾੜੀ ਦੇ ਥੱਲੇ ਗੇਂਦ ਰਿੜ ਪਈ। ਦੀ ਬਾਲ ਰੋਲਡ ਡਾਊਨ, ਰੋਲ ਮੈਂ ਲੁੜਕ ਕੇ ਰਿੜਦੀ ਥੱਲੇ ਨੂੰ ਗਈ। ਥੱਲੇ ਕਿੱਥੇ ਕਿੱਥੇ ਰਿੜੀ, ਪਹਾੜੀ ਦੇ ਥੱਲੇ ਢਾਲ ਤੇ ਰਿੜੀ। ਜੈਕ ਰੈਨ ਆਫਟਰ ਇਟ, ਰਨ ਮੈਨੇ ਦੌੜਨਾ, ਰੈਨ ਮੈਨੇ ਦੌੜਿਆ, ਸੈਕਿੰਡ ਫਾਰਮ ਆ ਗਈ, ਪਾਸਟ ਦਾ, ਭੂਤਕਾਲ ਦੀ ਗੱਲ ਹੈ, ਪਾਸਟ ਟੈਂਸ ਦੀ ਗੱਲ ਹੈ। ਜੈਕ ਰੈਨ ਆਫਟਰ ਇਟ, ਜੈਕ ਉਹਦੇ ਮਗਰ ਦੌੜਿਆ। ਇਹ ਇਟ ਕੀ ਹੈ, ਇਹ ਬਾਲ, ਉਹਲੀ ਗੇਂਦ ਜਿਹੜੀ ਰਿੜੀ ਉਹਦੇ ਮਗਰ ਦੌੜਿਆ। ਜਿਲ ਰੋਲਡ ਡਾਊਨ ਆਫਟਰ ਜੈਕ, ਤੇ ਜਿਹੜੀ ਜਿਲ ਸੀਗੀ ਉਹ ਵੀ ਲੁੜਕਦੀ ਹੋਈ, ਰਿੜਦੀ ਹੋਈ, ਕਿਉਂਕਿ ਉਹ 1 ਸਾਲ ਦੀ ਹੈ, ਛੋਟੀ ਜੀ,
ਉਹ ਰਿੜਦੀ ਹੋਈ ਆਫਟਰ ਜੈਕ, ਉਹ ਵੀ ਲੁੜਕਦੀ ਹੋਈ ਜੈਕ ਦੇ ਮਗਰ ਲੁੜਕੀ। ਠੀਕ ਹੈ। देयर वाज आ रोड, ਹੁਣ ਦੇਖੋ ਰੋਡ ਵੀ ਨਾउन ਹੈਗਾ, ਇੱਕ ਵਚਨ ਹੈ, ਇੱਕ ਸੜਕ ਦੀ ਗੱਲ ਹੈ, ਤੇ ਏ ਰੋਡ ਹੁਣ ਪਹਿਲੀ ਵਾਰ ਜ਼ਿਕਰ ਆਇਆ ਨਾ, ਇਸ ਕਰਕੇ ਏ ਰੋਡ। देयर वाज आ रोड एट दी फुट ऑफ दी हिल, ਹੁਣ ਹਿਲ ਦੀ ਪਹਾੜੀ ਹੈ, ਉਹਦਾ ਪੈਰ, ਉਹਦਾ ਤਲ, ਮਤਲਬ ਕਿ ਧਰਤੀ ਦਾ ਜੋ ਪਹਾੜੀ ਹੈ ਉਹਦੇ ਤਲ ਤੇ ਇੱਕ ਸੜਕ ਸੀ। देयर वाज आ रोड एट दी फुट, ਹੁਣ ਇੱਥੇ ਫੁੱਟ ਪਹਿਲੀ ਵਾਰ ਆਇਆ, पर दी फुट क्यों कह रहे हैं? दी फुट ऑफ दी हिल, उस पहाड़ी दा पैर, उस पहाड़ी दा तल, उस पहाड़ी दा बॉटम, जिथे पहाड़ी मुकदी है। सो ਇਹਦਾ मतलब ਕੀ ਹੈ ਬੱਚਿਓ ਕਿ ਜਦੋਂ ਇਦਾਂ ਕਿਸੇ ਦਾ ਖਾਸ ਜ਼ਿਕਰ ਆ ਰਿਹਾ ਹੋਵੇ, ਦੀ ਫੁੱਟ ਤਾਂ ਆ ਰਿਹਾ ਹੈ ਕਿਉਂਕਿ ਉਸ ਪਹਾੜੀ ਦੇ ਫੁੱਟ ਦੀ ਗੱਲ ਹੋ ਰਹੀ ਹੈ, ਉਸ ਪਹਾੜੀ ਦੇ ਤਲ ਦੀ ਗੱਲ ਹੋ ਰਹੀ ਹੈ ਜਿਹਦਾ ਪਹਾੜੀ ਦਾ ਜ਼ਿਕਰ ਪਹਿਲਾਂ ਚੱਲਦਾ ਪਿਆ ਹੈ। ਸੋ देयर वाज अ रोड, ਇੱਕ ਸੜਕ ਸੀ, ਕਿੱਥੇ ਸੀ? ਉਸ ਪਹਾੜੀ ਦੇ ਤਲ ਤੇ ਇੱਕ ਸੜਕ ਸੀ, ਉਸ ਪਹਾੜੀ ਦੇ ਤਲ ਤੇ। ਠੀਕ ਹੈ। ਸੋ देयर वाज अ रोड एट दी फुट ऑफ द हिल, दी बॉल, ਕਿਹੜੀ ਬਾਲ? ਜਿਹਦੇ ਨਾਲ ਖੇਡਦੇ ਪਏ ਸੀ ਤੇ ਜਿਹੜੀ ਪਹਾੜੀ ਦੇ ਥੱਲੇ ਰਿੜਦੀ ਪਈ ਸੀ, ਉਹ ਵਾਲੀ ਬਾਲ। ਦੀ ਬਾਲ ਸਟਾਪਡ देयर, ਉਹ ਗੇਂਦ ਉੱਥੇ ਜਾ ਕੇ ਰੁਕ ਗਈ। ਕਿੱਥੇ? ਸੜਕ ਤੇ ਜਾ ਕੇ ਰੁਕ ਗਈ, ਕਿਉਂਕਿ ਸੜਕ ਤੇ ਜਾ ਕੇ ਢਾਲ ਵੀ ਖਤਮ ਹੋ ਗਈ। ਉੱਤੇ ਕਿਤੇ ਉੱਚਾ ਨੀਵਾਂ ਥਾਂ ਆ ਗਿਆ ਹੋਣਾ ਤੇ ਬਾਲ, ਦੀ ਬਾਲ ਸਟਾਪਡ देयर। ਸੋ ਬੱਚੋ ਇੱਥੇ ਅਸੀਂ ਇਹ ਦੇਖਿਆ ਏ ਐਨ ਦੀ ਵਰਤੋਂ ਖਾਸ ਤੌਰ ਤੇ ਦੇਖੀਏ, ਜੋ ਕਿ ਡਿਟਰਮੀਨਰ ਨੇ, ਤੇ ਤਿੰਨ ਡਿਟਰਮੀਨਰ ਜਿਹੜੇ ਨੇ ਏ ਐਨ ਦੀ, ਇਹਨਾਂ ਨੂੰ ਕਿਹਾ ਜਾਂਦਾ ਹੈ ਦੀ ਆਰਟੀਕਲਸ। ਆਰਟੀਕਲਸ ਕਿਹਾ ਜਾਂਦਾ ਹੈ, ਏ ਹੋਰ ਐਨ ਹੈਗੇ ਨੇ ਇਨਡੈਫੀਨਿਟ ਆਰਟੀਕਲ ਤੇ ਦੀ ਹੈਗਾ ਡੈਫੀਨਿਟ ਆਰਟੀਕਲ। ਠੀਕ ਹੈ। ਆਓ ਦੂਸਰਾ ਪਾਰਟ ਕਰੀਏ। ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਡਿਟਰਮੀਨਰਸ, ਉਹੀ ਸਿਰਲੇਖ ਹੈਗਾ, ਅਰਥਾਤ ਢੁਕਵੇਂ ਡਿਟਰਮੀਨਰਸ ਦੇ ਨਾਲ ਖਾਲੀ ਸਥਾਨ ਭਰੋ। ਵੈਨ ਐਡੀਸਨ ਬੱਚਿਓ ਤੁਹਾਨੂੰ ਪਤਾ ਇੱਕ ਸਾਇੰਟਿਸਟ ਸੀਗਾ ਜਿਹਨੇ ਬਲਬ ਦੀ ਕਾਢ ਕੱਢੀ। ਵੈਨ ਐਡੀਸਨ ਵਾਜ਼ 12 years old, ਜਦੋਂ ਐਡੀਸਨ 12 ਸਾਲਾਂ ਦਾ ਸੀ, ਹੀ ਬਿਕੇਮ ਅ ਨਿਊਜ਼ ਬॉय। ਨਿਊਜ਼ ਬॉय ਕੌਣ ਹੁੰਦਾ ਬੱਚਿਓ? ਜਿਹੜਾ ਅਖਬਾਰਾਂ ਵੰਡਦਾ ਹੈ। ਘਰਾਂ 'ਚ ਨਹੀਂ ਬੰਦੇ ਅਖਬਾਰਾਂ ਦੇਣ ਜਾਂਦੇ, ਉਸ ਬੰਦੇ ਨੂੰ ਕਿਹਾ ਜਾਂਦਾ ਹੈ ਨਿਊਜ਼ ਬॉय। ਤੇ 12 ਸਾਲਾਂ ਦਾ ਜਦ ਸੀਗਾ ਤੇ ਉਹਨੇ ਕੀ ਕੀਤਾ? ਅਖਬਾਰਾਂ ਘਰਾਂ 'ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਅਖਬਾਰਾਂ ਦੀ ਡਿਲੀਵਰੀ ਸ਼ੁਰੂ ਕਰਤੀ। ਹੀ ਬਿਕੇਮ ਅ ਨਿਊਜ਼ ਬॉय, ਇੱਕ ਨਿਊਜ਼ ਬॉय ਬਣ ਗਿਆ। ਔਨ ਦੀ ਟ੍ਰੇਨ, ਕਿੱਥੇ ਬਣ ਗਿਆ? ਔਨ ਦੀ ਟ੍ਰੇਨ, ਉਸ ਗੱਡੀ ਤੇ, ਉਸ ਗੱਡੀ ਤੇ। ਖਾਸ ਕਿਹੜੀ ਟ੍ਰੇਨ ਹੈ? ਦੈਟ ਲੈਫਟ ਪੋਰਟ ਹੁਰੋਨ। ਹੁਣ ਪੋਰਟ ਹੁਰੋਨ ਬੱਚਿਓ ਇੱਕ ਬੰਦਰਗਾਹ ਦਾ ਨਾਮ ਹੈ, ਉੱਥੇ ਰੇਲਵੇ ਸਟੇਸ਼ਨ ਹੋਵੇਗਾ। ਤੇ ਕਹਿੰਦੇ ਉਹ ਟ੍ਰੇਨ ਜਿਹੜੀ ਉਧਰੋਂ ਤੁਰਦੀ ਸੀ, ਹੁਣ ਇਹ ਟ੍ਰੇਨ ਨਹੀਂ ਹੈਗਾ, ਉਹ ਖਾਸ ਟ੍ਰੇਨ ਤੇ ਬਣ ਗਿਆ। ਕਿਹੜੀ ਟ੍ਰੇਨ? ਜਿਹੜੀ ਛੁੱਟ ਕੇ ਜਾਂਦੀ ਸੀ ਦੈਟ ਲੈਫਟ ਪੋਰਟ ਹੁਰੋਨ ਇਨ ਦੀ ਈਵਨਿੰਗ, ਰੋਜ਼ ਸ਼ਾਮਾਂ ਨੂੰ। ਬੱਚੋ ਜਿਹੜਾ ਇਹਦਾ ਟਾਈਮ ਹੁੰਦਾ ਨਾ, ਦੀ ਮਾਰਨਿੰਗ, ਦੀ ਈਵਨਿੰਗ, ਦੀ ਆਫਟਰਨੂਨ, ਉਹਦੇ ਮੋਰੇ ਦੀ ਲੱਗਦਾ ਹੁੰਦਾ ਹੈ, ਇਹ ਯਾਦ ਰੱਖਣਾ। ਠੀਕ ਹੈ। ਦੀ ਅਰਲੀ ਮਾਰਨਿੰਗ, ਦੀ ਲੇਟ ਈਵਨਿੰਗ, ਦੀ ਅਰਲੀ ਆਫਟਰਨੂਨ, ਦੀ ਲੇਟ ਆਫਟਰਨੂਨ, ਉਹਨਾਂ ਮੋਰੇ ਦੀ ਲੱਗਦਾ ਹੈ। ਸੋ ਕਹਿੰਦਾ ਉਹ ਟ੍ਰੇਨ ਤੇ ਬਣ ਗਿਆ, ਕਿਹੜੀ ਟ੍ਰੇਨ? ਜਿਹੜੀ ਰੋਜ਼ ਤਕਾਲਾਂ ਨੂੰ, ਰੋਜ਼ ਆਥਣ ਵੇਲੇ ਪੋਰਟ ਹੁਰੋਨ ਤੋਂ ਤੁਰਦੀ ਸੀ। ਦੈਟ ਲੈਫਟ ਮਨੇ ਪੋਰਟ ਹੁਰੋਨ ਨੂੰ ਛੱਡ ਕੇ ਜਾਂਦੀ ਸੀ, ਅਰਥਾਤ ਪੋਰਟ ਹੁਰੋਨ ਤੋਂ ਤੁਰਦੀ ਸੀ। ਉਸ ਖਾਸ ਟ੍ਰੇਨ ਤੇ ਬਣਿਆ, ਮਤਲਬ ਐਵੇਂ ਆਵਾਜ਼ਾਰ ਨਹੀਂ, ਕਦੀ ਉਸ ਟ੍ਰੇਨ ਤੇ ਕਦੀ ਉਸ ਟ੍ਰੇਨ ਤੇ। ਉਹ ਵਾਲੀ ਗੱਡੀ ਤੇ ਨਿਊਜ਼ ਬॉय ਬਣ ਗਿਆ, ਜਿਹੜੀ ਗੱਡੀ ਰੋਜ਼ ਤਕਾਲਾਂ ਨੂੰ ਪੋਰਟ ਹੁਰੋਨ ਤੋਂ ਤੁਰਦੀ ਸੀ। ਫਿਰ ਕਹਿੰਦੇ ਐਡੀਸਨ ਸੈਟ ਅਪ ਅ ਲੈਬੋਰੇਟਰੀ ਇਨ ਅ ਬੈਗੇਜ ਕਾਰ। ਹੁਣ ਦੇਖੋ ਆ ਬੈਗੇਜ ਕਾਰ, ਬੈਗੇਜ ਕਾਰ ਕੀ ਹੈ ਬੱਚਾ? ਦੇਖੋ ਜਿਹੜੀਆਂ ਟ੍ਰੇਨ ਦੀਆਂ ਬੋਗੀਆਂ ਹੁੰਦੀਆਂ ਨੇ, ਬੋਗੀਆਂ, ਡੱਬੇ, ਕੰਪਾਰਟਮੈਂਟ, ਉਹਨੂੰ ਅਸੀਂ ਕਾਰ ਕਹਿੰਦੇ ਹਾਂ। ਕਾਰ ਇੱਕ ਤੇ ਕਾਰ ਉਹ ਹੈ ਜਿਹਨਾਂ ਬਾਰੇ ਅਸੀਂ ਜਾਣਦੇ ਹਾਂ, ਆਮ ਵਰਤਦੇ ਹਾਂ, ਜਿਹੜੀ ਅਸੀਂ ਘਰਾਂ 'ਚ ਕਾਰਾਂ ਰੱਖਦੇ ਹਾਂ, ਉਹਨੂੰ ਕਾਰ ਕਹਿੰਦੇ ਹਾਂ। ਪਰ ਬੱਚਿਓ ਜਿਹੜੀ ਰੇਲਵੇ ਟ੍ਰੇਨ ਦੀ ਜਿਹੜੀ ਬੋਗੀਆਂ ਹੁੰਦੀਆਂ, ਡੱਬੇ ਹੁੰਦੇ ਨੇ, ਉਹਨੂੰ ਵੀ ਕਾਰ ਕਿਹਾ ਜਾਂਦਾ ਹੈ। ਇੱਕ ਹੁੰਦੀ ਹੈ ਪੈਸੇਂਜਰ ਕਾਰ, ਜਿਹਦੇ 'ਚ ਯਾਤਰੂ ਬੈਠਦੇ ਨੇ, ਮੁਸਾਫਰ ਬੈਠਦੇ ਨੇ। ਇੱਕ ਹੁੰਦੀ ਹੈ ਬੈਗੇਜ ਕਾਰ, ਜਿਹਦੇ ਵਿੱਚ ਸਮਾਨ ਢੋਇਆ ਜਾਂਦਾ ਹੈ। ਸੋ ਹਰ ਗੱਡੀ ਦੇ ਵਿੱਚ 2 ਜਾਂ 3, 4 ਡਿਪੈਂਡਿੰਗ ਔਨ ਕਿਸ ਕਿਸਮ ਦੀ ਕੁਛ ਬੈਗੇਜ ਕਾਰ ਵੀ ਹੁੰਦੀ ਹੈ। ਤੇ ਕਹਿੰਦੇ ਐਡੀਸਨ ਨੇ ਕੀ ਕੀਤਾ? ਐਡੀਸਨ ਸੈਟਅਪ ਮੈਨੇ ਹੁੰਦਾ ਥਾਪ ਲਈ, ਉਹਦਾ ਜੁਗਾੜ ਕਰ ਲਿਆ। ਕਿਹਦਾ? ਪ੍ਰਯੋਗਸ਼ਾਲਾ ਦਾ, ਲੈਬੋਰੇਟਰੀ, ਇਨ ਆ ਬੈਗੇਜ ਕਾਰ ਆਫ ਦੀ ਟ੍ਰੇਨ। ਉਹ ਟ੍ਰੇਨ ਕਿਹੜੀ? ਜਿਸ ਟ੍ਰੇਨ ਤੇ ਉਹ ਨਿਊਜ਼ ਬॉय ਬਣਿਆ ਸੀਗਾ, ਉਸ ਟ੍ਰੇਨ ਦੇ ਇੱਕ ਬੈਗੇਜ ਕਾਰ ਦੇ ਵਿੱਚ ਉਹਨੇ ਆਪਣੀ ਇੱਕ ਪ੍ਰਯੋਗਸ਼ਾਲਾ ਸਥਾਪਿਤ ਕਰ ਲਈ, ਸੈਟਅਪ, ਥਾਪ ਲਈ।
बिकॉज ही डिड नॉट वांट टू वेस्ट हिज टाइम, क्योंकि वो अपना समा बर्बाद करना नहीं चाਹੁੰਦਾ ਸੀ। ਅਰਥਾਤ ਅਖਬਾਰਾਂ ਵੰਡਣ ਵੇਲੇ, ਅਖਬਾਰਾਂ ਵੇਚਣ ਵੇਲੇ ਨਾਲ ਦੇ ਨਾਲ ਉਹਨੇ ਲੈਬ ਦੇ ਵਿੱਚ ਕੰਮ ਕੀਤਾ। ਦੇਖੋ ਬੱਚੋ ਕਿਦਾਂ ਬੰਦਾ ਉਹ ਕਿੰਨਾ ਮਤਲਬ ਕਿ ਸੂਝਵਾਨ ਸੀਗਾ ਤੇ ਕਿੰਨਾ ਉਹਦਾ ਨਿਸ਼ਾਨਾ ਉੱਚਾ ਸੀਗਾ। 12 ਸਾਲ ਦੀ ਉਮਰ ਵਿੱਚ ਉਹ ਕਿਰਤ ਵੀ ਕਰ ਰਿਹਾ ਤੇ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਤੇ ਉਹਨੇ ਬੈਗੇਜ ਕਾਰ ਦੇ ਵਿੱਚ, ਬੈਗੇਜ ਕਾਰ, ਉਸ ਟ੍ਰੇਨ ਦੀ ਇੱਕ ਬੈਗੇਜ ਕਾਰ ਵਿੱਚ, ਇੱਕ ਬੈਗੇਜ ਦੀ ਡੱਬੇ ਵਿੱਚ ਉਹਨੇ ਆਪਣੀ ਇੱਕ ਪ੍ਰਯੋਗਸ਼ਾਲਾ ਲੈਬੋਰੇਟਰੀ ਸਥਾਪਿਤ ਕਰ ਲਈ। ਕਿਉਂ? ਬਿਕੋਜ਼ ਹੀ ਡਿਡ ਨੋਟ ਵਾਂਟ, ਇਹ ਕੋਈ ਡਿਡ ਹੈ ਨਾ, ਡਿਡ ਦੇ ਨਾਲ ਹਮੇਸ਼ਾ ਫਸਟ ਫਾਰਮ ਆਏਗੀ, ਵਾਂਟ, ਡਿਡ ਨੋਟ ਵਾਂਟ ਟੂ ਵੇਸਟ ਹਿਸ ਟਾਈਮ। ਠੀਕ ਹੈ, ਉਹ ਆਪਣਾ ਸਮਾਂ, ਹਿਸ ਟਾਈਮ ਮੈਨੇ ਆਪਣਾ ਸਮਾਂ ਬਰਬਾਦ ਕਰਨਾ ਨਹੀਂ ਸੀ ਚਾਹੁੰਦਾ। ਲੇਟਰ, ਲੇਟਰ ਮੈਨੇ ਮਗਰੋਂ। ਹੀ ਬੌਟ, ਬੌਟ ਮੈਨੇ ਖਰੀਦਿਆ। ਬਾਏ, BUY, ਬਾਏ ਮੂਲ ਸ਼ਬਦ ਹੈ, ਬਾਏ ਮੈਨੇ ਖਰੀਦਣਾ ਤੇ ਬੌਟ ਮੈਨੇ ਖਰੀਦਿਆ। ਲੇਟਰ ਹੀ ਬੌਟ ਅ ਪ੍ਰਿੰਟਿੰਗ ਪ੍ਰੈਸ, ਉਹਨੇ ਇੱਕ ਛਪਾਈ ਵਾਲੀ ਪ੍ਰੈਸ ਮਸ਼ੀਨ ਖਰੀਦੀ ਜਿਹ 'ਚ ਛਪਾਈ ਕੀਤੀ ਜਾਂਦੀ ਹੈ। ਲੇਟਰ ਹੀ ਬੌਟ ਅ ਪ੍ਰਿੰਟਿੰਗ ਪ੍ਰੈਸ ਐਂਡ ਸੈਟ ਇਟ ਅਪ ਇਨ ਹਿਜ਼ ਲੈਬੋਰੇਟਰੀ ਔਨ ਵੀਲਸ। ਔਨ ਵੀਲਸ ਦਾ ਮਤਲਬ ਕਿ ਪੜੂਆਂ ਉੱਤੇ ਜਿਹੜੀ ਲੈਬ ਬਣਾਈ ਸੀ। ਪੜੂਆਂ ਉੱਤੇ ਕੀ? ਔਨ ਵੀਲਸ ਦਾ ਮਤਲਬ ਕਿ ਟ੍ਰੇਨ ਦੇ ਉੱਤੇ, ਗੱਡੀ ਥੱਲੇ ਪੜੂਏ ਹੁੰਦੇ ਨਾ, ਪਹੀਏ ਹੁੰਦੇ ਨੇ, ਉੱਤੇ ਚੱਲਦੀ ਹੈ ਗੱਡੀ। ਸੋ ਕਹਿੰਦੇ ਉਹਨੇ ਜਿਹੜੀ ਪਹੀਆਂ ਦੇ ਉੱਤੇ ਆਪਣੀ ਲੈਬ ਬਣਾਈ ਸੀ, ਉਹਦੇ ਵਿੱਚ ਉਹਨੇ ਇੱਕ ਪ੍ਰਿੰਟਿੰਗ ਪ੍ਰੈਸ ਵੀ ਸਥਾਪਿਤ ਕਰ ਲਈ। ਕਿਆ ਬਾਤ ਹੈ। ठीक है। ही पब्लिश्ड अ वीकली पेपर, वीक मैंने हफ्ता, वीकली मैंने हफ्तावारी, पेपर मैंने पर्चा, अखबार या रसाला। ठीक है। ही पब्लिश्ड, पब्लिश मैंने छापिया, छपाई की, प्रकाशक बन गया, प्रकाशित किया। ही पब्लिश्ड अ, एक वीकली पेपर, उन्हें फिर एक हफ्तावारी पर्चे दा रसाले दी छपाई की, प्रकाशना की। विच ही सोल्ड फॉर, जिसनों उन्हें वेचिया किन्ने लई 3 सेंट्स आ कॉपी, एक कॉपी, एक कॉपी, एक कॉपी, मतलब कि एक जड़ी ਉਹਦੀ ਪ੍ਰਕਾਸ਼ਨਾ ਸੀ, ਜਿਹਦਾ ਇੱਕ ਅਖਬਾਰ ਹੁੰਦੀ ਹੈ ਨਾ 4 ਰੁਪਏ ਦੀ, 3 ਰੁਪਏ ਦੀ, 4.5 ਰੁਪਏ ਦੀ, ਤੇ ਉਹ 3 ਸੈਂਟ ਦੀ। ਹੁਣ ਬੱਚੋ 3 ਸੈਂਟ ਕੀ ਹੈ? ਜਿੱਦਾਂ ਸਾਡੇ ਇੰਡੀਆ 'ਚ ਪੈਸਾ ਹੈਗਾ, ਉੱਦਾਂ ਅਮਰੀਕਾ ਵਿੱਚ ਜਾਂ ਕਈ ਹੋਰ ਦੇਸ਼ਾਂ 'ਚ ਸੈਂਟ ਹੁੰਦੇ ਨੇ, ਤੇ 100 ਪੈਸਿਆਂ ਦਾ 1 ਰੁਪਇਆ ਬਣਦਾ। ਇसी तरह 100 ਸੈਂਟਾਂ ਦਾ $1 ਬਣਦਾ ਹੈ। ਇਹ ਯਾਦ ਰੱਖਣਾ, 100 ਪੈਸਿਆਂ ਦਾ ਬਣਦਾ 1 ਰੁਪਈਆ ਤੇ 100 ਸੈਂਟਾਂ ਦਾ ਬਣਦਾ, 100 ਸੈਂਟਸ ਦਾ ਬਣਦਾ $1। ਸੋ ਇਹ 3 ਸੈਂਟਸ ਦਾ ਮਤਲਬ ਹੋ ਗਿਆ, 3 ਸੈਂਟਸ ਦਾ ਮਤਲਬ 3 ਪੈਸੇ, ਜਿੱਦਾਂ ਇੰਡੀਆ ਦੇ ਕਹਿ ਲਈਏ। ਸੋ ਵਿਚ ਹੀ ਸੋਲਡ ਫॉर 3 ਸੈਂਟਸ ਆ ਕਾਪੀ, ਜਿਸ ਨੂੰ ਉਸਨੇ ਪ੍ਰਤੀ ਕਾਪੀ 3 ਸੈਂਟ ਦੇ ਰੇਟ ਤੇ ਵੇਚਿਆ। ਐਟ ਦੀ ਸੇਮ ਟਾਈਮ, ਇਹ ਬੱਚੋ ਯਾਦ ਰੱਖ ਲਓ, ਜਦੋਂ ਇਦਾਂ ਮੁਹਾਵਰਾ ਹੋਵੇ ਐਟ ਦੀ ਸੇਮ ਟਾਈਮ ਤੇ ਦੀ ਆਉਂਦਾ ਹਮੇਸ਼ਾ। ਐਟ ਦੀ ਸੇਮ ਟਾਈਮ, ਨਾਲ ਦੇ ਨਾਲ। ਐਟ ਦੀ ਸੇਮ ਟਾਈਮ ਦਾ ਮਤਲਬ ਹੈ ਨਾਲ ਦੇ ਨਾਲ। ਸੋ ਇੱਥੇ ਹਮੇਸ਼ਾ ਦੀ ਆਏਗਾ। ਇਹ ਸੇਮ ਟਾਈਮ ਕਿਹੜਾ? ਵੀ ਜਦੋਂ ਇਹ ਕੰਮ ਕਰ ਰਿਹਾ ਹੈ ਉਸ ਸਮੇਂ ਦੀ ਗੱਲ ਹੋ ਰਹੀ ਹੈ, ਜਿਸ ਸਮੇਂ ਉਹਨੇ ਪੇਪਰ ਪ੍ਰਕਾਸ਼ਿਤ ਕਰਦਾ ਸੀ, ਵੇਚਦਾ ਸੀ, ਤੇ ਉਸੇ ਵੇਲੇ, ਇਸ ਕਰਕੇ ਹੈਗਾ ਦੀ ਸੇਮ ਟਾਈਮ, ਉਹ ਵਾਲਾ ਖਾਸ ਸਮਾਂ, ਅਰਥਾਤ ਨਾਲ ਦੇ ਨਾਲ, ਜਾਂ ਅਸੀਂ ਇਹਨੂੰ ਇਹ ਵੀ ਕਹਿ ਸਕਦੇ ਸਾਈਮਲਟੇਨੀਅਸਲੀ। ਐਟ ਦੀ ਸੇਮ ਟਾਈਮ ਐਡੀਸਨ ਸਪੈਂਟ, ਸਪੈਂਡ ਹੁੰਦਾ ਹੈ ਖਰਚਣਾ, ਸਪੈਂਟ ਮੈਨੇ ਖਰਚਾ ਕੀਤਾ। ਕਾਹਦਾ? ਮੋਸਟ ਆਫ ਹਿਸ ਫ੍ਰੀ ਆਵਰਸ, ਫ੍ਰੀ ਆਵਰਸ ਕਿਹੜੇ ਹੁੰਦੇ ਨੇ? ਖਾਲੀ ਸਮਾਂ, ਖਾਲੀ ਘੰਟੇ। ਆਮ ਬੰਦੇ ਕੀ ਕਰਦੇ? ਖਾਲੀ ਘੰਟੇ 'ਚ ਤਾਸ਼ ਖੇਡ ਲਈ, TV ਦੇਖ ਲਿਆ, ਸੌਂ ਲਿਆ, ਗੱਪਾਂ ਮਾਰ ਲਈਆਂ। ਪਰ ਐਡੀਸਨ ਨੇ ਇੱਦਾਂ ਨਹੀਂ ਕੀਤਾ। ਐਡੀਸਨ ਸਪੈਂਟ ਮੋਸਟ ਆਫ ਹਿਸ ਫ੍ਰੀ ਆਵਰਸ, ਆਪਣੇ ਜਿਹੜੇ ਖਾਲੀ ਘੰਟੇ ਸੀ ਉਹਦਾ ਬਹੁਤਾ ਸਮਾਂ, ਮੋਸਟ ਆਫ ਹਿਸ ਮੈਨੇ ਉਹਦਾ ਵੱਧ ਤੋਂ ਵੱਧ ਸਮਾਂ, ਜ਼ਿਆਦਾ ਤੋਂ ਜ਼ਿਆਦਾ ਸਮਾਂ, ਬਹੁਤਾ ਸਮਾਂ ਕਿਹਦੇ ਵਿੱਚ? ਰੀਡਿੰਗ, ਪੜ੍ਹਾਈ ਕਰਦੇ ਹੋਏ, ਕਿਤਾਬਾਂ ਪੜ੍ਹਦੇ ਹੋਏ। ਕਿੱਥੇ? ਇਨ ਦੀ ਪਬਲਿਕ ਲਾਇਬ੍ਰੇਰੀ। ਹੁਣ ਬੱਚੋ ਜੇ ਇੱਥੇ ਹੁੰਦਾ, ਇਹ ਪਬਲਿਕ ਨਾ ਹੁੰਦਾ ਤੇ L ਛੋਟਾ ਹੁੰਦਾ, ਫਿਰ ਆਉਣਾ ਸੀ ਇਨ ਲਾਇਬ੍ਰੇਰੀ, ਕਿਸੇ ਲਾਇਬ੍ਰੇਰੀ 'ਚ ਬਹਿ ਜਾਂਦਾ ਸੀਗਾ। ਹੁਣ P ਵੱਡਾ ਹੈ, L ਵੱਡਾ ਹੈ, ਇਹਦਾ ਮਤਲਬ ਖਾਸ ਪਬਲਿਕ ਲਾਇਬ੍ਰੇਰੀ ਦੀ ਗੱਲ ਹੈ, ਪ੍ਰੋਪਰ ਨਾਉਨ ਹੈ, ਤੇ ਇਹਦੇ ਮੂਹਰੇ ਦੀ ਲੱਗੇਗਾ। ਹੀ ਸਪੈਂਟ ਮੋਸਟ ਆਫ ਹਿਸ ਫ੍ਰੀ ਆਵਰਸ ਰੀਡਿੰਗ ਇਨ ਦੀ ਪਬਲਿਕ ਲਾਇਬ੍ਰੇਰੀ। ਇਹਦਾ ਮਤਲਬ ਉਸ ਇਲਾਕੇ ਵਿੱਚ ਜਿੱਥੇ ਉਹ ਰਹਿੰਦਾ ਸੀ ਇੱਕ ਪਬਲਿਕ ਲਾਇਬ੍ਰੇਰੀ ਹੋਣੀ ਹੈ, ਸਰਕਾਰ ਵੱਲੋਂ ਬਣਾਈ ਹੋਈ, ਜਿਹਦਾ ਨਾਮ ਪਬਲਿਕ ਲਾਇਬ੍ਰੇਰੀ ਸੀਗਾ, ਤੇ ਉੱਥੇ ਪੜ੍ਹਦਾ ਸੀ, ਇਸ ਕਰਕੇ ਹੈਗਾ ਦੀ ਪਬਲਿਕ ਲਾਇਬ੍ਰੇਰੀ। ਉਹ ਖਾਸ ਲਾਇਬ੍ਰੇਰੀ ਵਿੱਚ ਬੈਠ ਕੇ ਆਪਣਾ ਵੱਧ ਤੋਂ ਵੱਧ ਖਾਲੀ ਸਮਾਂ ਜਿਹੜਾ ਸੀ ਉਹ ਪੜ੍ਹਨ ਵਿੱਚ ਬਿਤਾਉਂਦਾ ਸੀ। ਸੋ ਬੱਚੋ ਇਹਦੇ ਵਿੱਚ ਦੇਖੋ, ਅਸੀਂ ਹੁਣ ਦੀ ਵੀ ਵਰਤਿਆ, ਏ ਵੀ ਵਰਤਿਆ, ਤੇ ਹਿਜ਼ ਵੀ ਵਰਤਿਆ, ਤੇ ਮੋਸਟ ਵੀ ਵਰਤਿਆ। ਠੀਕ ਹੈ ਨਾ, ਇਹ ਵੀ ਡਿਟਰਮੀਨਰ ਨੇ। आओ आगे चलिए। तीसरा आ गया, फिल इन दी ब्लैंक्स विद सूटेबल डिटरमिनर्स, अर्थात ढुकवें डिटरमिनर्स ਦੇ ਨਾਲ ਖਾਲੀ ਸਥਾਨ ਭਰੋ। ਇਹ ਆਖਰੀ ਪਾर्ट हैगा इस पहली एक्सरसाइज का।
The old man was left with, the old man was left with means वो बुजुर्ग आदमी को सिर्फ रह गया सी, की रह गया सी, only a little money, a little ਹੁੰਦਾ ਥੋੜਾ, ਬਹੁਤਾ ਨਹੀਂ ਪਰ ਥੋੜਾ, ਇਹਨੂੰ ਪੋਜ਼ਿਟਿਵ ਸੈਂਸ ਵਿੱਚ ਕਹਿੰਦੇ ਹਾਂ ਆਪਾਂ। ਹਾਂ ਪੱਖੀ ਜੇ ਗੱਲ ਕਰਨੀ ਹੋਵੇ ਮਤਲਬ ਕਿ ਸੀਗੇ ਪਰ ਬਹੁਤੇ ਨਹੀਂ ਸੀਗੇ, ਐਨਫ ਨਹੀਂ ਸੀਗੇ, ਕਾਫੀ ਨਹੀਂ ਸੀਗੇ ਪਰ ਥੋੜੇ ਪੈਸੇ। ਦੀ ਓਲਡ ਮੈਨ ਵਾਜ਼ ਲੈਫਟ ਵਿਦ ਓਨਲੀ ਆ ਲਿਟਲ ਮਨੀ ਇਨ ਦਾ ਬੈਂਕ। ਇਨ ਦੀ ਬੈਂਕ ਕਿਉਂ ਗਿਆ ਬੱਚਿਓ? ਹੁਣ ਤੁਸੀਂ ਕਹੋ ਜੀ ਬੈਂਕ ਪਹਿਲੀ ਵਾਰ ਆਇਆ, ਅਰਥਾਤ ਜਿਹੜੇ ਬੈਂਕ ਵਿੱਚ ਉਹਦਾ ਅਕਾਊਂਟ ਸੀਗਾ, ਕਿਸੇ ਬੈਂਕ ਵਿੱਚ ਥੋੜੀ। ਹੁਣ ਜਦੋਂ ਮੈਂ ਓਲਡ ਮੈਨ ਦੀ ਗੱਲ ਹੋ ਰਹੀ ਹੈ ਕਿ ਉਹਦੇ ਕੋਲ ਥੋੜੇ ਪੈਸੇ ਬਚੇ, ਕਿੱਥੇ ਬਚੇ? ਉਹਦੇ ਬੈਂਕ ਵਿੱਚ, ਜਿਸ ਬੈਂਕ 'ਚ ਉਹਦਾ ਅਕਾਊਂਟ ਸੀਗਾ। ਤਾਂ ਇੱਥੇ ਹੈ ਦੀ ਬੈਂਕ, ਕਿਉਂਕਿ ਇਹ ਦੀ ਬੈਂਕ ਜਿਹੜਾ ਹੈ ਉਹਦਾ ਸੰਪਰਕ, ਉਹਦਾ ਸੰਬੰਧ ਇਸ ਓਲਡ ਮੈਨ ਦੇ ਨਾਲ ਹੈ ਜਿਹਦਾ ਅਕਾਊਂਟ ਉਸ ਬੈਂਕ ਵਿੱਚ ਸੀ। ਇਸ ਕਰਕੇ ਇੱਥੇ ਇਹ ਬੈਂਕ ਨਹੀਂ ਆਏਗਾ, ਮਤਲਬ ਕਿਸੇ ਬੈਂਕ ਵਿੱਚ ਨਹੀਂ। ਮੈਂ ਇੱਦਾਂ ਥੋੜੀ ਕਹਾਂਗਾ ਕਿ ਉਸ ਬਜ਼ੁਰਗ ਆਦਮੀ ਕੋਲ ਕਿਸੇ ਬੈਂਕ ਵਿੱਚ ਥੋੜ੍ਹੇ ਪੈਸੇ ਰਹਿ ਗਏ ਸੀ, ਇੱਦਾਂ ਤੇ ਅਸੀਂ ਕਦੀ ਨਹੀਂ ਕਹਾਂਗੇ। ਅਸੀਂ ਕਹਾਂਗੇ ਉਸ ਬਜ਼ੁਰਗ ਕੋਲ ਬੈਂਕ ਵਿੱਚ ਥੋੜ੍ਹੇ ਪੈਸੇ ਰਹਿ ਗਏ ਸੀਗੇ। ਅਸੀਂ ਕਿਸੇ ਬੈਂਕ ਵਿੱਚ ਨਹੀਂ ਕਹਾਂਗੇ, ਬੈਂਕ ਵਿੱਚ, ਅਰਥਾਤ ਉਹ ਬੈਂਕ ਜਿਸ ਦਾ ਸੰਬੰਧ ਉਸ ਬਜ਼ੁਰਗ ਆਦਮੀ ਨਾਲ ਹੈ। ਸੋ ਦੀ ਓਲਡ ਮੈਨ ਵਾਜ਼ ਲੈਫਟ ਵਿਦ ਓਨਲੀ ਆ ਲਿਟਲ, ਆ ਲਿਟਲ ਹੁੰਦਾ ਬੱਚੋ ਥੋੜਾ, ਥੋੜੇ ਪੈਸੇ ਹੀ ਬਚ ਗਏ ਸੀ ਬੈਂਕ ਵਿੱਚ। ਹੀ ਡਿਡਨਟ, ਡਿਡ ਮੈਨ ਡਿਡ ਨੋਟ, ਸਪੈਂਡ, ਸਪੈਂਡ ਮੈਨੇ ਖਰਚ ਕਰਨਾ, ਡਿਡ ਨੋਟ ਸਪੈਂਡ ਖਰਚ ਨਹੀਂ ਕੀਤੇ, ਡਿਡ ਹੈਗਾ ਇਸ ਕਰਕੇ ਸਪੈਂਟ ਨਹੀਂ ਹੈਗਾ, ਸਪੈਂਡ ਹੈਗਾ। ਫਸਟ ਫਾਰਮ ਆਈ ਦੈਟ ਔਨ ਹਿਮਸੈਲਫ, ਦੈਟ ਕੀ ਹੈ? ਉਹ ਲਿਟਲ ਮਨੀ, ਉਹ ਜਿਹੜਾ ਥੋੜਾ ਪੈਸਾ ਸੀ ਉਸ ਪੈਸੇ ਨੂੰ। ਹੀ ਡਿਡਨਟ ਸਪੈਂਡ ਦੈਟ, ਦੈਟ ਮੈਨੇ ਉਸ ਨੂੰ, ਉਸ ਨੂੰ ਕਿਸ ਨੂੰ? ਉਸ ਥੋੜੇ ਪੈਸੇ ਨੂੰ, ਔਨ ਹਿਮਸੈਲਫ, ਉਸਨੇ ਉਹ ਥੋੜੇ ਪੈਸੇ ਜਿਹੜੇ ਸੀਗੇ ਉਹਨਾਂ ਨੂੰ ਆਪਣੇ ਆਪ ਤੇ ਨਹੀਂ ਖਰਚਿਆ। ਹੁਣ ਦੇਖੋ ਦੈਟ ਜਿਹੜਾ ਹੈ ਇਹ ਵੀ ਡਿਟਰਮੀਨਰ ਹੈ। ਦਿਸ ਮੈਨੇ ਜਿਹੜੀ ਚੀਜ਼ ਮੇਰੇ ਸਾਹਮਣੇ ਪਈ ਹੈ, ਜਿੱਥੇ ਮੈਂ ਇਸ਼ਾਰਾ ਕਰ ਰਿਹਾ ਦਿਸ ਮਨੀ, ਜਿਹੜੀ ਟੇਬਲ ਤੇ ਪਈ ਹੈ ਜਾਂ ਮੇਰੇ ਬਟੂਏ 'ਚ ਪਈ ਹੈ, ਮੈਂ ਕਿਸ ਨੂੰ ਦੱਸ ਰਿਹਾ। ਦੈਟ ਮੈਨੇ ਬੈਂਕ ਤੇ ਪਰੇ, ਮੈਂ ਆਪਣੇ ਘਰ ਬੈਠਾ, ਦੈਟ ਮਨੀ ਉਸ ਪੈਸੇ ਦੀ ਗੱਲ। ਹੀ ਡਿਡਨਟ ਸਪੈਂਡ ਦੈਟ ਔਨ ਹਿਮਸੈਲਫ, ਉਹਨੇ ਆਪਣੇ ਆਪ ਤੇ ਨਹੀਂ ਖਰਚੇ। ਹੀ ਵਾਂਟਿਡ ਟੂ ਸੇਵ ਦੈਟ, ਉਹ ਉਹਨਾਂ ਨੂੰ ਬਚਾਉਣਾ ਚਾਹੁੰਦਾ ਸੀ, ਦੈਟ ਕਿਹਨਾਂ ਨੂੰ? ਉਹ ਲਿਟਲ ਮਨੀ ਨੂੰ, ਪੈਸੇ ਨੂੰ ਬਚਾਉਣਾ ਚਾਹੁੰਦਾ ਸੀ। ਫॉर ਹਿਜ਼, ਆਪਣੇ ਰੇਨੀ ਡੇਜ਼, ਰੇਨੀ ਹੁੰਦਾ, ਰੇਨ ਮੈਨ ਹੁੰਦਾ ਬਰਸਾਤ, ਰੇਨੀ ਹੁੰਦਾ ਬਰਸਾਤੀ। ਤੇ ਬੱਚਿਓ ਜਿਹੜੀ ਰੇਨੀ ਡੇਜ਼ ਇੱਕ ਮੁਹਾਵਰਾ ਹੈ ਅੰਗਰੇਜ਼ੀ ਦਾ। ਰੇਨੀ ਡੇ ਦਾ ਮਤਲਬ ਹੁੰਦਾ ਔਖਾ ਵੇਲਾ, ਇਹ ਯਾਦ ਰੱਖ ਲਓ, ਰੇਨੀ ਡੇ। ਅਸੀਂ ਕਹਿੰਦੇ ਸੇਵ ਸਮਥਿੰਗ ਫॉर ਯੂਰ ਰੇਨੀ ਡੇਜ਼, ਅਰਥਾਤ ਆਪਣੇ ਔਖੇ ਵੇਲੇ ਲਈ, ਜਦੋਂ ਕੋਈ ਕੋਵਿਡ ਆ ਗਿਆ, ਬਿਮਾਰ ਹੋ ਗਿਆ ਬੰਦਾ, ਨੌਕਰੀ ਚਲੀ ਗਈ ਜਾਂ ਕੋਈ ਗੱਲ ਹੋ ਗਈ, ਸੋ ਉਹਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਰੇਨੀ ਡੇ, ਸੇਵ ਸਮ ਮਨੀ ਫॉर ਯੂਰ ਰੇਨੀ ਡੇਜ਼। ਸੋ ਰੇਨੀ ਡੇ ਦਾ ਮਤਲਬ ਹੁੰਦਾ ਔਖੀ ਘੜੀ, ਜਦੋਂ ਮੁਸੀਬਤ ਆਵੇ, ਵਿਪਦਾ ਆਵੇ। ਸੋ ਹੀ ਵਾਂਟਿਡ ਟੂ ਸੇਵ ਦੈਟ, ਉਹ ਉਹਨਾਂ ਨੂੰ ਬਚਾਉਣਾ ਚਾਹੁੰਦਾ ਸੀ, ਬਚਾ ਕੇ ਰੱਖਣਾ ਚਾਹੁੰਦਾ ਸੀ, ਫॉर ਹਿਜ਼ ਰੇਨੀ ਡੇਜ਼, ਆਪਣੇ ਔਖੇ ਵੇਲੇ ਲਈ। ਨਨ ਆਫ ਹਿਜ਼ 3 ਸਨਸ, ਹੁਣ ਬੱਚੋ ਦੇਖੋ ਜਿੱਥੇ ਤੇ ਆ ਜਾਏ ਦੋ ਬੱਚੇ ਹੋਣ, ਦੋ, ਹੁਣ ਦੇਖੋ 3 ਮੁੰਡੇ ਨੇ, ਜੇ 2 ਮੁੰਡੇ ਹੁੰਦੇ ਨਾ ਇੱਥੇ ਫਿਰ ਆਣਾ ਸੀ ਨੀਦਰ। ਨਨ ਆਫ ਹਿਜ਼ 3 ਸਨਸ ਬੋਦਰਡ, ਬੋਦਰਡ ਮੈਨੇ ਫਿਕਰ ਕੀਤੀ, ਟੂ ਕੇਅਰ ਫॉर ਹਿਮ, ਉਹਦੀ ਦੇਖਭਾਲ ਕਰਨ ਦੀ। ਉਹਦੇ 3 ਪੁੱਤਰ ਸੀ ਪਰ ਤਿੰਨਾਂ ਵਿੱਚੋਂ ਕਿਸੇ ਨੇ ਵੀ ਨਹੀਂ, ਨਨ ਆਫ ਹਿਜ਼ 3 ਸਨਸ, ਤਿੰਨਾਂ ਚੋਂ ਕਿਸੇ ਨੇ ਵੀ ਨਹੀਂ। ਜਦੋਂ 2 ਤੋਂ ਜ਼ਿਆਦਾ ਹੋਵੇ ਤਾਂ ਨਨ ਵਰਤਣਾ, ਜੇ 2 ਹੁੰਦੇ, ਜੇ 2 ਹੁੰਦੇ ਫਿਰ ਆਣਾ ਸੀ ਨੀਦਰ। ਦੋਨਾਂ ਚੋਂ ਕਿਸੇ ਵੀ ਪੁੱਤਰ ਨੇ ਉਹਦੀ ਪਰਵਾਹ ਨਾ ਕੀਤੀ। ਸੋ ਨਨ ਤਾਂ ਆਇਆ ਬੱਚਿਓ ਕਿਉਂਕਿ ਇਹ 3 ਹੈਗਾ, 2 ਤੋਂ ਜ਼ਿਆਦਾ ਹੋਵੇ ਤੇ ਨਨ ਆਉਂਦਾ, ਠੀਕ ਹੈ। ਸੋ ਨਨ ਜਿਹੜਾ ਹੈ ਇਹ ਵੀ ਨਿਊਮਰੀਕਲ, ਨੂਮੈਰੀਕਲ ਜਿਹੜਾ ਹੈਗਾ ਨਿਊਮਰਲ ਡਿਟਰਮੀਨਰ ਹੈ, ਜੋ ਗਿਣਤੀਆਂ ਜਾਂ ਕੁਆਂਟੀਟੀ ਦੱਸਦਾ ਹੈ, ਠੀਕ ਹੈ। ਸੋ ਇਹਨੂੰ ਆਪਣਾ ਨਿਊਮਰਲ ਵੀ ਕਹਿ ਸਕਦੇ ਹਾਂ ਜਾਂ ਕੁਆਂਟੀਟੇਟਿਵ ਵੀ ਕਹਿ ਸਕਦੇ ਹਾਂ, ਠੀਕ ਹੈ। ਸੋ ਨਨ ਆਫ ਹਿਜ਼ 3 ਸਨਸ ਬੋਦਰਡ ਟੂ ਕੇਅਰ ਫॉर ਹਿਮ, ਠੀਕ ਹੈ। ਤਿੰਨਾਂ ਚੋਂ ਕਿਸੇ ਵੀ ਮੁੰਡੇ ਨੇ ਉਸਦੀ ਪਰਵਾਹ ਨਾ ਕੀਤੀ। ਹੀ ਡਿਡਨਟ, ਅਰਥਾਤ ਡਿਡ ਨੋਟ ਵਾਂਟ, ਦੇਖੋ ਡਿਡ ਹੈਗਾ ਤੇ ਵਾਂਟ ਫਸਟ ਫਾਰਮ ਹੈਗੀ ਹੈ ਵਰਬ ਦੀ। ਹੀ ਡਿਡਨਟ ਵਾਂਟ ਟੂ ਬੀ ਡਿਪੈਂਡੈਂਟ ਔਨ ਐਨੀ ਆਫ ਦੈਮ, ਹੁਣ ਐਨੀ ਵੀ ਇਸ ਕਰਕੇ ਆਇਆ ਕਿਉਂਕਿ ਇਹ 3 ਨੇ, ਠੀਕ ਹੈ ਨਾ। ਸੋ ਅਗਰ ਹੁੰਦਾ 2 ਹੁੰਦੇ, ਦੋ ਪੁੱਤਰ ਹੁੰਦੇ, ਫਿਰ ਇੱਥੇ ਆਣਾ ਸੀ ਈਦਰ, ਇੱਥੇ ਆਣਾ ਸੀ ਨੀਦਰ, ਇੱਥੇ ਆਣਾ ਸੀ ਈਦਰ। ਸੋ ਇਹ ਮੈਂ ਤੁਹਾਨੂੰ ਨਾਲ ਨਾਲ ਦੱਸੀ ਜਾ ਰਿਹਾ, ਅੱਗੇ ਜਿਹੜੇ ਐਕਸਰਸਾਈਜ਼ ਕਰਾਂਗੇ ਉਹਨਾਂ ਵਿੱਚ ਆਏਗਾ। ਹੀ ਡਿਡ ਨੋਟ ਵਾਂਟ ਟੂ ਬੀ ਡਿਪੈਂਡੈਂਟ ਹੁੰਦਾ ਹੈ ਆਸਰੇ ਹੋਣਾ, ਕਿਸੇ ਦੀ ਟੇਕ ਰੱਖਣੀ। ਸੋ ਹੀ ਡਿਡ ਨੋਟ ਵਾਂਟ ਟੂ ਬੀ ਡਿਪੈਂਡੈਂਟ ਔਨ ਐਨੀ ਆਫ ਦੈਮ ਈਦਰ। ਈਦਰ ਹੁਣ ਕਿਉਂ ਆਇਆ ਬੱਚਿਓ? ਵੀ ਇੱਕ ਚੋਣ ਹੈਗੀ ਹੈ ਵੀ ਇੱਕ ਤੇ ਉਹ ਉਹਦੀ ਫਿਕਰ ਨਹੀਂ ਕਰਦੇ ਸੀ ਤੇ ਉਹ ਵੀ ਨਹੀਂ ਚਾਹੁੰਦਾ ਸੀ ਉਹ ਉਹਨਾਂ ਦਾ ਆਸਰਾ ਤੱਕੇ। ਸੋ ਹੀ ਡਿਡਨਟ ਵਾਂਟ ਟੂ ਬੀ ਡਿਪੈਂਡੈਂਟ ਔਨ ਐਨੀ ਆਫ ਦੈਮ ਈਦਰ, ਤੇ ਨਾ ਹੀ ਉਹ,
ਇੱਥੇ ਈਦਰ ਦਾ ਮਤਲਬ ਹੈਗਾ ਨਾ ਹੀ ਉਹ ਉਹਨਾਂ ਦਾ ਕਿਸੇ ਦਾ ਆਸਰਾ ਤੱਕਣਾ ਚਾਹੁੰਦਾ ਸੀ, ਅਰਥਾਤ ਤਿੰਨੋਂ ਪਿੱਤਰਾਂ ਚੋਂ ਕਿਸੇ ਇੱਕ ਦਾ ਵੀ, ਐਨੀ ਆਫ them, ਉਹਨਾਂ ਦੀ ਟੇਕ ਨਹੀਂ ਚਾਹੁੰਦਾ ਸੀ। ਉਹ ਵੀ ਅਣਖ ਵਾਲਾ ਸੀ, ਖੁਦਦਾਰ ਸੀ। ਸੋ ਇਸ ਕਰਕੇ ਈਦਰ ਮੈਨੇ ਵੀ ਨਾ ਤੇ ਉਹ ਪੁੱਤਰ ਨੂੰ ਦੇਖਦੇ ਸੀਗੇ, ਤੇ ਈਦਰ ਇਸ ਕਰਕੇ ਆ ਗਿਆ ਵੀ ਇੱਕ ਇਹ ਗੱਲ ਸੀਗੀ, ਇੱਕ ਇਹ ਚੋਣ ਸੀਗੀ, ਨਨ ਆਫ ਹਿਸ 3 sons bothered to care for him, ਤੇ ਦੂਜੀ ਗੱਲ ਇਹ ਵੀ ਸੀ ਉਹ ਖੁਦ ਵੀ ਨਹੀਂ ਚਾਹੁੰਦਾ ਸੀਗਾ ਕਿ ਉਹ ਕਿਸੇ ਦੇ ਆਸਰੇ ਰਵੇ, ਉਹ ਆਪਣੀ ਆਜ਼ਾਦ ਵਿਰਤੀ ਦਾ ਬੰਦਾ ਸੀ। ਸੋ ਤਾਂ ਹੈ ਈਦਰ, ਇੱਥੇ ਮਤਲਬ ਨਾ ਹੀ ਉਹ, ਈਦਰ ਦਾ ਇੱਥੇ ਮਤਲਬ ਹੈਗਾ ਨਾ ਹੀ ਉਹ। ਹੀ didn't want to be dependent on any of them, ਉਹ ਤਿੰਨਾਂ ਚੋਂ ਕਿਸੇ ਤੇ ਵੀ ਕਿਸੇ ਦੀ ਵੀ ਟੇਕ ਨਹੀਂ ਰੱਖਣਾ ਚਾਹੁੰਦਾ ਸੀ, ਨਾ ਹੀ ਉਹ ਕਿਸੇ ਤਿੰਨਾਂ ਚੋਂ ਇੱਕ ਦੀ ਵੀ ਟੇਕ ਰੱਖਣਾ ਚਾਹੁੰਦਾ ਸੀ। ਇਹ ਇਹਦਾ ਮਤਲਬ ਬਣਦਾ ਹੈ। ਸੋ ਬੱਚਿਓ ਇਹ ਸਾਰੀ ਚੀਜ਼ਾਂ ਨੂੰ, ਤਿੰਨਾਂ ਨੂੰ ਤੁਸੀਂ ਅਭਿਆਸ ਜਦ ਤੱਕ ਨਹੀਂ ਕਰੋਗੇ ਤਦ ਤੱਕ ਗੱਲ ਨਹੀਂ ਬਣੇਗੀ। ਨੋਟ ਸਾਰੇ ਕਰ ਲਓ ਆਨਸਰਸ, ਪਰ ਬਿਨਾਂ ਦੇਖੇ ਲਿਖੋ ਤੇ ਫਿਰ ਇਹਨਾਂ ਦਾ ਮਿਲਾਨ ਕਰੋ। ਤੇ ਅਗਲੀ ਐਕਸਰਸਾਈਜ਼ ਨੂੰ ਅਸੀਂ ਇਹਦਾ ਕੰਟੀਨਿਊ ਕਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਲਗਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।